ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਲਾਸ ਐਂਜਲਸ ਹਿੰਸਕ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਵਰਾਈਆਂ ਰਬੜ ਦੀਆਂ ਗੋਲੀਆਂ। ਟਰੰਪ ਮਸਕ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ। US 에ਅਰਪੋਰਟ ਤੇ ਭਾਰਤੀ ਵਿਦਿਆਰਥੀ ਦੇ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰਨ ਦੀ ਵੀਡੀਓ ਆਇਆ ਸਾਹਮਣੇ। ਫੌਜ ਭੇਜਣ ਤੇ US ਪ੍ਰੈਜ਼ੀਡੈਂਟ ਖਿਲਾਫ ਕੇਸ, ਕੈਲੀਫੋਰਨੀਆ ਸਰਕਾਰ ਨੇ ਕਿਹਾ ਟਰੰਪ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ। ਅਮਰੀਕਾ 'ਚ ਚੀਨੀ ਵਿਗਿਆਨਕ ਗ੍ਰਿਫਤਾਰ, ਜੈਵਿਕ ਸਮੱਗਰੀ ਦੀ ਗੈਰ ਕਾਨੂੰਨੀ ਤਸਕਰੀ ਦੇ ਦੋਸ਼ ਵਿੱਚ। ਬਦਲੇ ਫਲਾਈਟਸ ਦੇ ਨਿਯਮ, ਬੈਗ 'ਚ ਮਿਲੀਆਂ ਇਹ ਚੀਜ਼ਾਂ ਤਾਂ ਲੱਗੇਗਾ ਭਾਰੀ ਜੁਰਮਾਨਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਲਾਸ ਐਂਜਲਸ ਵਿੱਚ ਪੁਲਿਸ ਨੇ ਸ਼ੋਰ ਵਾਲੇ ਗ੍ਰੇਨੇਡਾਂ ਤੋਂ ਬਾਅਦ ਸਭ ਤੋਂ ਵੱਧ ਸਰਗਰਮ ਪ੍ਰਦਰਸ਼ਨਕਾਰੀਆਂ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਨਿਊਜ਼ ਏਜੰਸੀ RIA ਦੇ ਮੁਤਾਬਕ ਪਹਿਲਾਂ ਸੁਰੱਖਿਆ ਬਲਾਂ ਨੇ ਫਲੈਸ਼ ਬੈਗ ਗ੍ਰੇਨੇਡਾਂ ਦੀ ਵਰਤੋਂ ਕੀਤੀ। ਬਾਅਦ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸਰਗਰਮ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਕਰਨ ਦੇ ਲਈ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਲੀਫੋਰਨੀਆ ਸਰਕਾਰ ਵਿੱਚ ਤਣਾਅ ਸੋਮਵਾਰ ਨੂੰ ਫਿਰ ਹੋਰ ਵੱਧ ਗਿਆ, ਜਦੋਂ ਪੈਂਟਾਗਨ ਨੇ ਲਾਸ ਐਂਜਲਸ ਵਿੱਚ ਚੱਲ ਰਹੇ ਇਮੀਗ੍ਰੇਸ਼ਨ ਵਿਰੋਧ ਪ੍ਰਦਰਸ਼ਨਾਂ ਦੌਰਾਨ 700 ਮਰੀਨਾਂ ਨੂੰ ਨੈਸ਼ਨਲ ਗਾਰਡ ਸੈਨਿਕਾਂ ਦੀ ਮਦਦ ਲਈ ਤਾਇਨਾਤ ਕੀਤਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਅਤੇ ਅਟਾਰਨੀ ਜਨਰਲ ਰੋਬ ਬੋਟਾ ਨੇ ਟਰੰਪ ਪ੍ਰਸ਼ਾਸਨ ਵਿਰੁੱਧ ਸੰਘੀ ਤੈਨਾਤੀ ਨੂੰ ਗੈਰ ਕਾਨੂੰਨੀ ਦੱਸਦਿਆਂ ਮੁਕੱਦਮਾ ਕਰਨ ਦੀ ਤਿਆਰੀ ਕੀਤੀ ਹੈ, ਦਲੀਲ ਦਿੰਦੇ ਹੋਏ ਕਿ ਇਹ ਰਾਜ ਦੀ ਪ੍ਰਭੂਸੱਤਾ ਅਤੇ ਸੰਵਿਧਾਨ ਦੇ 10ਵੇਂ ਸੋਧ ਦੀ ਉਲੰਘਣਾ ਹੈ। 700 ਮਰੀਨਾਂ ਨੂੰ ਦੱਖਣੀ ਕੈਲੀਫੋਰਨੀਆ ਦੇ 29 ਪਾਮਸ ਬੇਸ ਤੋਂ ਭੇਜਿਆ ਗਿਆ, ਜਿਨ੍ਹਾਂ ਨੂੰ ਸੰਘੀ ਜਾਇਦਾਦ ਅਤੇ ਕਰਮਚਾਰੀਆਂ, ਖਾਸ ਕਰਕੇ ਇਮੀਗ੍ਰੇਸ਼ਨ ਏਜੰਟਾਂ ਦੀ ਰੱਖਿਆ ਲਈ ਤਾਇਨਾਤ ਕੀਤਾ ਗਿਆ। ਇਹ ਧਿਆਨ ਦੇਣ ਯੋਗ ਹੈ ਕਿ ਹਿੰਸਾ 7 ਜੂਨ ਨੂੰ ਉਦੋਂ ਭੜਕੀ ਜਦੋਂ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ਕਿ ICE ਸੇਵਾ ਨੇ ਲਾਸ ਐਂਜਲਸ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਛਾਪਾ ਮਾਰਿਆ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪਾਂ ਵੀ ਹੋਈਆਂ। ਇਸ ਦੌਰਾਨ ਸੂਬੇ ਲਈ ਸੰਘੀ ਫੰਡਾਂ ਵਿੱਚ ਕਟੌਤੀ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਅਗਲੇ ਦਿਨ ਵਾਈਟ ਹਾਊਸ ਨੇ ਸ਼ਹਿਰ ਵਿੱਚ 2000 ਨੈਸ਼ਨਲ ਗਾਰਡ ਸੈਨਿਕਾਂ ਦੀ ਤਾਇਨਾਤੀ ਦਾ ਐਲਾਨ ਕੀਤਾ। ਲਾਸ ਐਂਜਲਸ ਕਾਉਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਨੈਸ਼ਨਲ ਗਾਰਡ ਦੀ ਤਾਇਨਾਤੀ ਦੀ ਮੰਗ ਨਹੀਂ ਕੀਤੀ ਸੀ ਅਤੇ ਫੈਸਲਾ ਉਹਨਾਂ ਦੀ ਸਲਾਹ ਤੋਂ ਬਿਨਾਂ ਲਿਆ ਗਿਆ। ਤੁਹਾਨੂੰ ਦੱਸਵਾਂ, ਇਨ੍ਹਾਂ ਨੈਸ਼ਨਲ ਗਾਰਡਸ ਦੀ ਤਾਇਨਾਤੀ ਤੋਂ ਬਾਅਦ ਜੋ ਹਿੰਸਾ ਸੀ ਹੋਰ ਜ਼ਿਆਦਾ ਭੜਕ ਗਈ। ਇਹ ਰਿਪਬਲਿਕਨ ਵਾਈਟ ਹਾਊਸ ਅਤੇ ਸੂਬੇ ਦੀ ਡੈਮੋਕ੍ਰੇਟਿਕ ਸਰਕਾਰ ਵਿਚਕਾਰ ਜਨਤਕ ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਯਮਨ ਵਿੱਚ ਅਲ-ਕਾਇਦਾ ਨਾਲ ਜੁੜੇ AQAP ਯਾਨੀ ਕਿ ਅਲ-ਕਾਇਦਾ ਇਨ ਦ ਅਰਬ ਪ੍ਰਾਇਦੀਪ ਦੇ ਨਵੇਂ ਨੇਤਾ ਸਾਦ ਬਿਨ ਆਤਿਫ ਅਲ-ਅਵਲਾਕੀ ਨੇ ਪਹਿਲੀ ਵਾਰ ਇੱਕ ਧਮਕੀ ਭਰਿਆ ਵੀਡੀਓ ਜਾਰੀ ਕੀਤਾ। ਇਸ ਵਿੱਚ ਉਸਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਦੇ ਮਾਲਕ ਐਲੋਨ ਮਸਕ ਦੇ ਨਾਲ ਕਈ ਹੋਰ ਅਮਰੀਕੀ ਨੇਤਾਵਾਂ ਨੂੰ ਖੁੱਲ੍ਹ ਕੇ ਧਮਕੀ ਦਿੱਤੀ ਹੈ। ਇਹ ਵੀਡੀਓ ਤੇਜ਼ੀ ਨਾਲ ਆਨਲਾਈਨ ਫੈਲ ਰਿਹਾ ਹੈ ਅਤੇ AQAP ਸਮਰਥਕਾਂ ਦੁਆਰਾ ਇਸ ਨੂੰ ਸਾਂਝਾ ਵੀ ਕੀਤਾ ਜਾ ਰਿਹਾ ਹੈ। ਵੀਡੀਓ ਲਗਭਗ 30 ਮਿੰਟ ਲੰਬਾ ਹੈ ਅਤੇ ਇਸ ਵਿੱਚ ਗਾਜ਼ਾ ਪੱਟੀ ਵਿੱਚ ਚੱਲ ਰਹੇ ਇਜ਼ਰਾਈਲ-ਹਮਾਸ ਯੁੱਧ ਦੇ ਬਹਾਨੇ ਅਮਰੀਕਾ ਅਤੇ ਅਰਬ ਦੇਸ਼ਾਂ ਦੇ ਨੇਤਾਵਾਂ ਤੇ ਹਮਲਾ ਕਰਨ ਦੀ ਸਿੱਧੀ ਗੱਲ ਕੀਤੀ ਗਈ ਹੈ। ਅਵਲਾਕੀ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਜੋ ਕੁਝ ਹੋਇਆ ਹੈ ਅਤੇ ਹੋ ਰਿਹਾ ਹੈ, ਉਸ ਤੋਂ ਬਾਅਦ ਹੁਣ ਕੋਈ ਲਾਲ ਲਕੀਰ ਨਹੀਂ ਬਚੀ ਹੈ। ਬਦਲਾ ਲੈਣਾ ਜਾਇਜ਼ ਹੈ। ਇਸ ਵੀਡੀਓ ਵਿੱਚ ਟਰੰਪ, ਐਲੋਨ ਮਸਕ, ਅਮਰੀਕੀ ਉਪ ਰਾਸ਼ਟਰਪਤੀ JD ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਪੀਟ ਹੈਕਸੇਟ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ। ਨਾਲ ਹੀ ਵੀਡੀਓ ਵਿੱਚ ਮਸਕ ਦੀਆਂ ਕੰਪਨੀਆਂ ਜਿਵੇਂ ਕਿ ਟੈਸਲਾ ਅਤੇ SpaceX ਦੇ ਲੋਗੋ ਵੀ ਸ਼ਾਮਲ ਕੀਤੇ ਗਏ ਸਨ। ਇਹ ਉਹੀ ਵਿਅਕਤੀ ਹੈ ਜਿਸ ਤੇ ਅਮਰੀਕਾ ਪਹਿਲਾਂ ਹੀ $6 ਮਿਲੀਅਨ ਦਾ ਇਨਾਮ ਐਲਾਨ ਚੁੱਕਿਆ ਹੈ। ਉਸਨੇ ਸਾਬਕਾ AQAP ਮੁਖੀ ਖਾਲਿਦ ਅਲ-ਬਤਰਫੀ ਦੀ ਜਗ੍ਹਾ ਲਈ ਹੈ, ਜੋ 2024 ਵਿੱਚ ਮਾਰਿਆ ਗਿਆ ਸੀ। ਅਮਰੀਕਾ ਦਾ ਕਹਿਣਾ ਹੈ ਕਿ ਅਲ-ਅਵਲਾਕੀ ਨੇ ਪਹਿਲਾਂ ਹੀ ਖੁੱਲ੍ਹ ਕੇ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਤੇ ਹਮਲਿਆਂ ਦੀ ਅਪੀਲ ਕੀਤੀ ਹੈ। AQAP ਨੂੰ ਕਦੇ ਅਲ-ਕਾਇਦਾ ਦੀ ਸਭ ਤੋਂ ਖਤਰਨਾਕ ਸ਼ਾਖਾ ਮੰਨਿਆ ਜਾਂਦਾ ਸੀ। ਹਾਲ ਹੀ ਦੇ ਸਾਲਾਂ ਵਿੱਚ
ਡਰੋਨ ਹਮਲਿਆਂ ਅਤੇ ਅੰਦਰੂਨੀ ਟਕਰਾਵਾਂ ਕਾਰਨ ਇਸ ਦੀ ਤਾਕਤ ਘਟ ਗਈ ਹੈ। ਪਰ ਫਿਰ ਵੀ ਮੰਨਿਆ ਜਾਂਦਾ ਹੈ ਕਿ ਇਸ ਸਮੂਹ ਵਿੱਚ ਅਜੇ ਵੀ 3000 ਤੋਂ 4000 ਲੜਾਕੂ ਅਤੇ ਸਮਰਥਕ ਹਨ। ਇਹ ਲੋਕ ਬੈਂਕ ਡਕੈਤੀ, ਹਥਿਆਰਾਂ ਦੀ ਤਸਕਰੀ, ਫਿਰੌਤੀ ਅਤੇ ਨਕਲੀ ਨੋਟਾਂ ਰਾਹੀਂ ਪੈਸਾ ਕਮਾਉਂਦੇ ਹਨ। ਸੋਸ਼ਲ ਮੀਡੀਆ ਤੇ ਇਸ ਵੇਲੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਭਾਰਤੀ ਨੌਜਵਾਨ ਨੂੰ US 에ਅਰਪੋਰਟ ਤੇ ਫੜਿਆ ਗਿਆ ਹੈ। ਉਸ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੇ ਨੌਜਵਾਨ ਭਾਰਤੀ ਵਿਅਕਤੀ ਨੂੰ ਕਥਿਤ ਤੌਰ ਤੇ ਹੱਥਕੜੀ ਲਗਾ ਕੇ ਦੇਸ਼ ਨਿਕਾਲਾ ਦਿੱਤੇ ਜਾਣ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕੰਸੂਲੇਟ ਜਨਰਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਭਾਰਤੀ ਕੰਸੂਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਇੱਕ ਭਾਰਤੀ ਨਾਗਰਿਕ ਨੂੰ ਨੇਵਾਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਮਾਮਲੇ ਵਿੱਚ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਦੂਤਾਵਾਸ ਨੇ ਇਹ ਵੀ ਕਿਹਾ ਕਿ ਇਹ ਭਾਰਤੀ ਨਾਗਰਿਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਭਾਰਤੀ ਅਮਰੀਕੀ ਸਮਾਜਿਕ ਉਦਮੀ ਕੁਨਾਲ ਜੈਨ ਦੁਆਰਾ ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਭਾਰਤੀ ਵਿਅਕਤੀ ਨੂੰ ਪੋਰਟ ਅਥਾਰਟੀ ਪੁਲਿਸ ਦੁਆਰਾ ਜ਼ਮੀਨ ਤੇ ਸੁੱਟ ਕੇ ਹੱਥਕੜੀ ਲਗਾਉਂਦੇ ਦਿਖਾਇਆ ਗਿਆ ਹੈ। ਕੁਨਾਲ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਇਸ ਮੁੰਡੇ ਦੇ ਮਾਪਿਆਂ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਉਸ ਨਾਲ ਕੀ ਹੋ ਰਿਹਾ ਹੈ। ਨੌਜਵਾਨ ਨੇ ਮੇਰੇ ਨਾਲ ਉਸੇ ਫਲਾਈਟ ਵਿੱਚ ਯਾਤਰਾ ਕਰਨੀ ਸੀ, ਪਰ ਉਹ ਉਸ ਵਿੱਚ ਸਵਾਰ ਨਹੀਂ ਹੋ ਸਕਿਆ। ਕਿਸੇ ਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਨਿਊ ਜਰਸੀ ਦੇ ਅਧਿਕਾਰੀ ਉਸ ਨਾਲ ਕੀ ਕਰ ਰਹੇ ਹਨ। ਉਹ ਬਹੁਤ ਪਰੇਸ਼ਾਨ ਅਤੇ ਉਲਝਣ ਵਿੱਚ ਦਿਖਾਈ ਦੇ ਰਿਹਾ ਸੀ। ਉਸਨੇ ਆਪਣੀ ਪੋਸਟ ਵਿੱਚ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰੀ S ਜਯਸ਼ੰਕਰ ਨੂੰ ਵੀ ਟੈਗ ਕੀਤਾ ਹੈ ਤਾਂ ਕਿ ਇਹ ਮਾਮਲਾ ਜਲਦੀ ਤੋਂ ਜਲਦੀ ਸਾਹਮਣੇ ਆ ਸਕੇ। ਤੁਹਾਨੂੰ ਦੱਸਵਾਂ ਕਿ ਭਾਰਤੀ ਨੌਜਵਾਨ ਜਿਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਅਤੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਹੈ, ਇਸ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ, ਉਸ ਨੂੰ ਅਧਿਕਾਰੀਆਂ ਦੇ ਵੱਲੋਂ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਆਇਆ ਸੀਗਾ, ਪਰ ਉਸ ਨੂੰ ਹੁਣ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ, ਯਾਨੀ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਉਸ ਨੌਜਵਾਨ ਨੂੰ ਨਹੀਂ ਪਤਾ ਹੋਣਾ ਕਿ ਕਿਸ ਸੁਪਨੇ ਨਾਲ ਲੈ ਕੇ ਜਾਂ ਫਿਰ ਕਿਸ ਸੁਪਨੇ ਦੇ ਨਾਲ ਅਤੇ ਕੀ ਉਮੀਦਾਂ ਲੈ ਕੇ ਉਹ ਅਮਰੀਕਾ ਵਿੱਚ ਆਇਆ ਸੀ ਤੇ ਅੱਜ ਉਸ ਦੇ ਨਾਲ ਕੀ ਹਾਲਾਤ ਵਾਪਰ ਗਏ। ਕੈਲੀਫੋਰਨੀਆ ਨੇ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ ਗਵਰਨਰ ਦੀ ਮਨਜ਼ੂਰੀ ਤੋਂ ਬਿਨਾਂ ਲਾਸ ਐਂਜਲਸ ਵਿੱਚ 2000 ਨੈਸ਼ਨਲ ਗਾਰਡ ਫੌਜਾਂ ਤੈਨਾਤ ਕਰਨ ਦੇ ਫੈਸਲੇ ਵਿਰੁੱਧ ਦਾਇਰ ਕੀਤਾ ਗਿਆ ਹੈ। ਰਾਜ ਦੇ ਅਧਿਕਾਰੀਆਂ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਕਿਹਾ ਕਿ ਇਹ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ਨੂੰ ਹੋਰ ਵਿਗਾੜ ਸਕਦਾ ਹੈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੋਬ ਬੋਂਡਾ ਨੇ ਸੋਮਵਾਰ ਨੂੰ ਇਸ ਮੁਕੱਦਮੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹਨਾਂ ਨੇ ਗਵਰਨਰ ਗੈਵਿਨ ਦੀ ਸਹਿਮਤੀ ਤੋਂ ਬਿਨਾਂ ਫੌਜਾਂ ਤੈਨਾਤ ਕੀਤੀਆਂ ਹਨ। ਬੋਂਡਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇਹ ਸਪਸ਼ਟ ਕਰ ਦਿੰਦੇ ਹਨ ਕਿ ਕੋਈ ਹਮਲਾ ਜਾਂ ਬਗਾਵਤ ਨਹੀਂ ਹੈ। ਰਾਸ਼ਟਰਪਤੀ ਜਾਣਬੁੱਝ ਕੇ ਜ਼ਮੀਨ ਤੇ ਹਫੜਾ ਦਫੜੀ ਅਤੇ ਸੰਕਟ ਪੈਦਾ ਕਰ ਰਹੇ ਹਨ ਤਾਂ ਜੋ ਆਪਣੇ ਰਾਜਨੀਤਿਕ ਹਿੱਤਾਂ ਨੂੰ ਪ੍ਰਾਪਤ ਕਰ ਸਕਣ। ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਨੇ ਸੰਘੀ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ, ਜੋ ਰਾਸ਼ਟਰਪਤੀ ਨੂੰ ਸਿਰਫ ਵਿਸ਼ੇਸ਼ ਹਾਲਾਤਾਂ ਵਿੱਚ ਹੀ ਫੌਜ ਭੇਜਣ ਦੀ ਆਗਿਆ ਦਿੰਦਾ ਹੈ, ਜਿਵੇਂ ਕਿ ਵਿਦੇਸ਼ੀ ਹਮਲਾ ਜਾਂ ਅਮਰੀਕੀ ਸਰਕਾਰ ਵਿਰੁੱਧ ਵੱਡੀ ਬਗਾਵਤ। ਕੈਲੀਫੋਰਨੀਆ ਸਰਕਾਰ ਨੇ ਕਿਹਾ ਕਿ ਇਸ ਵੇਲੇ ਅਜਿਹੀ ਕੋਈ ਸਥਿਤੀ ਨਹੀਂ ਹੈ। ਇਹ ਤੈਨਾਤੀ ਜੋ ਕੀਤੀ ਗਈ ਹੈ ਉਦੋਂ ਕੀਤੀ ਗਈ ਜਦੋਂ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਲਾਸ ਐਂਜਲਸ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਪਰ ਗਵਰਨਰ ਅਤੇ ਹੋਰ ਡੈਮੋਕ੍ਰੇਟ ਨੇਤਾਵਾਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਇਨ੍ਹਾਂ ਸਥਿਤੀਆਂ ਨੂੰ ਖੁਦ ਸੰਭਾਲ ਸਕਦੀ ਹੈ ਅਤੇ ਸੰਘੀ ਸਰਕਾਰ ਦੁਆਰਾ ਦਖਲਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ। ਗਵਰਨਰ ਨਿਊਸਮ ਨੇ ਵੀ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ। ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਇੱਕ ਅਧਿਕਾਰਤ ਪੱਤਰ ਭੇਜਿਆ ਜਿਸ ਵਿੱਚ ਫੌਜਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਹ ਪੱਤਰ ਰੱਖਿਆ ਸਕੱਤਰ ਪੀਟ ਹੈਗਸੇਥ ਨੂੰ ਲਿਖਿਆ ਗਿਆ ਹੈ। ਨਿਊਸਮ ਨੇ ਪੱਤਰ ਵਿੱਚ ਲਿਖਿਆ ਕਿ ਲਾਸ ਐਂਜਲਸ ਵਿੱਚ ਨੈਸ਼ਨਲ ਗਾਰਡ ਤੈਨਾਤ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਗੈਰ ਕਾਨੂੰਨੀ ਤਰੀਕੇ ਨਾਲ ਅਤੇ ਇੰਨੇ ਲੰਬੇ ਸਮੇਂ ਲਈ ਫੌਜਾਂ ਭੇਜਣਾ ਰਾਜ ਦੀ ਪ੍ਰਭੂਸੱਤਾ ਦੀ ਗੰਭੀਰ ਉਲੰਘਣਾ ਹੈ। ਅਜਿਹਾ ਲੱਗਦਾ ਹੈ ਕਿ ਇਹ ਕਦਮ ਜਾਣਬੁੱਝ ਕੇ ਸਥਿਤੀ ਨੂੰ ਵਿਗਾੜਨ ਲਈ ਚੁੱਕਿਆ ਗਿਆ ਹੈ। ਨਿਊਸਮ ਨੇ MSNBC ਦੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਟਰੰਪ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਨੇ। ਇਹ ਕਦਮ ਨਾ ਸਿਰਫ ਗੈਰ ਕਾਨੂੰਨੀ ਹੈ ਸਗੋਂ ਅਨੈਤਿਕ ਅਤੇ ਗੈਰ ਸੰਵਿਧਾਨਿਕ ਵੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕੱਲ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ। ਨਿਊਸਮ ਨੇ ਕਿਹਾ ਕਿ ਇਹ ਕਦਮ ਸ਼ਾਇਦ ਰਾਜਨੀਤਿਕ ਉਦੇਸ਼ਾਂ ਲਈ ਚੁੱਕਿਆ ਗਿਆ ਹੈ। ਅਮਰੀਕਾ 'ਚ ਇੱਕ ਹੋਰ ਚੀਨੀ ਵਿਗਿਆਨਕ ਨੂੰ ਜੈਵਿਕ ਸਮੱਗਰੀ ਦੀ ਗੈਰ ਕਾਨੂੰਨੀ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਐਤਵਾਰ ਨੂੰ ਡੈਟਰਾਇਟ 에ਅਰਪੋਰਟ ਤੇ ਹੋਈ ਜਦੋਂ ਉਹ ਵਿਗਿਆਨਕ ਚੀਨ ਤੋਂ ਅਮਰੀਕਾ ਆਈ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਹੀ ਇੱਕ ਹੋਰ ਮਾਮਲੇ 'ਚ 2 ਚੀਨੀ ਵਿਗਿਆਨਕਾਂ ਨੂੰ ਉੱਤੇ ਕਾਰਵਾਈ ਹੋ ਚੁੱਕੀ ਹੈ। FBI ਦੇ ਮੁਤਾਬਕ ਗ੍ਰਿਫਤਾਰ ਕੀਤੀ ਵਿਗਿਆਨਕ ਚੀਨ ਦੀ ਵੁਹਾਨ ਸਥਿਤ
ਹੁਆਜੋਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ PhD ਕਰ ਰਹੀ ਸੀ ਅਤੇ ਮਿਸੀਗਨ ਯੂਨੀਵਰਸਿਟੀ 'ਚ 1 ਸਾਲ ਦਾ ਰਿਸਰਚ ਪ੍ਰੋਜੈਕਟ ਪੂਰਾ ਕਰਨ ਲਈ ਅਮਰੀਕਾ ਆਈ ਸੀ। ਉਸ ਉੱਤੇ ਦੋਸ਼ ਹੈ ਕਿ ਉਸਨੇ ਸਰਕਾਰੀ ਇਜਾਜ਼ਤ ਬਿਨਾਂ ਕੀੜਿਆਂ ਦੇ ਨਾਲ ਸੰਬੰਧਿਤ ਜੈਵਿਕ ਸਮੱਗਰੀ ਪਹਿਲਾਂ ਹੀ ਮਿਸੀਗਨ ਯੂਨੀਵਰਸਿਟੀ ਦੀ ਇੱਕ ਲੈਬ ਵਿੱਚ ਭੇਜ ਦਿੱਤੀ ਸੀ। FBI ਦੇ ਅਨੁਸਾਰ ਇਹ ਜੈਵਿਕ ਸਮੱਗਰੀ ਕਿਤਾਬ ਵਿੱਚ ਲੁਕਾ ਕੇ ਭੇਜੀ ਗਈ ਸੀ। ਅਮਰੀਕੀ ਅਧਿਕਾਰੀਆਂ ਵੱਲੋਂ ਇਹ ਸਮੱਗਰੀ ਪਿਛਲੇ ਸਾਲ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਜ਼ਬਤ ਕੀਤੀ ਗਈ ਸੀ। ਜਦੋਂ ਵੀ ਅਸੀਂ ਕਿਸੇ ਦੂਜੇ ਦੇਸ਼ ਜਾਂਦੇ ਹਾਂ, ਅਸੀਂ ਹਮੇਸ਼ਾ ਆਪਣੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਆਪਣੇ ਨਾਲ ਰੱਖਦੇ ਹਾਂ। ਸਾਨੂੰ ਕਦੇ ਨਹੀਂ ਪਤਾ ਹੁੰਦਾ ਕਿ ਸਾਨੂੰ ਕਦੋਂ ਕਿਸੇ ਚੀਜ਼ ਦੀ ਲੋੜ ਪੈ ਸਕਦੀ ਹੈ, ਚਾਹੇ ਉਹ ਕੱਪੜੇ ਹੋਣ ਜਾਂ ਦਵਾਈਆਂ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਯਾਤਰੀ ਆਸਾਨੀ ਨਾਲ ਉਡਾਨ ਵਿੱਚ ਆਪਣੇ ਕੈਬਿਨ ਬੈਗਾਂ ਵਿੱਚ ਜ਼ਰੂਰੀ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਲੈ ਜਾ ਸਕਦੇ ਸਨ, ਪਰ ਹੁਣ ਦੁਬਈ ਜਾਣ ਵਾਲੀਆਂ ਉਡਾਨਾਂ ਵਿੱਚ ਅਜਿਹਾ ਨਹੀਂ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ ਕੁਝ ਨਿਸ਼ਚਿਤ ਅਤੇ ਪ੍ਰਵਾਨਿਤ ਦਵਾਈਆਂ ਹੀ ਨਾਲ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਇਸ ਲਈ ਜੇਕਰ ਤੁਸੀਂ ਦੁਬਈ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਤੁਹਾਨੂੰ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਕਿਹੜੀਆਂ ਚੀਜ਼ਾਂ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਤੇ ਕਿਹੜੀਆਂ ਨਹੀਂ, ਕਿਉਂਕਿ ਅਗਰ ਤੁਸੀਂ ਕੋਈ ਐਸੀ ਚੀਜ਼ ਨਾਲ ਲੈ ਕੇ ਜਾਂਦੇ ਹੋ ਜਿਸ ਉੱਤੇ ਪਾਬੰਦੀ ਹੈ ਜਾਂ ਜੋ ਨਹੀਂ ਲੈ ਕੇ ਜਾਣ ਦੀ ਇਜਾਜ਼ਤ ਹੈ ਤੇ ਤੁਹਾਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਨਸ਼ੀਲੇ ਪਦਾਰਥ, ਕੋਕੀਨ, ਹੈਰੋਇਨ, ਅਫੀਮ, ਚੱਕਰ ਦੇਣ ਵਾਲੀ ਜਾਂ ਨਸ਼ੇ ਦੀ ਦਵਾਈ। ਇਹ ਦਵਾਈਆਂ ਬਿਲਕੁਲ ਵੀ ਨਹੀਂ ਤੁਸੀਂ ਲੈ ਕੇ ਜਾ ਸਕਦੇ। ਇਸ ਤੋਂ ਇਲਾਵਾ ਭੋਜਨ ਅਤੇ ਜਾਨਵਰਾਂ ਦੇ ਨਾਲ ਜੁੜੇ ਹੋਏ ਉਤਪਾਦ ਜਿਵੇਂ ਕਿ ਸੁਪਾਰੀ ਅਤੇ ਕੁਝ ਜੜੀ ਬੂਟੀਆਂ, ਹਾਥੀ ਦੰਦ ਜਾਂ ਗੈਂਡੇ ਦੇ ਸਿੰਗਾਂ ਤੋਂ ਬਣੀਆਂ ਚੀਜ਼ਾਂ, ਇਹ ਵੀ ਤੁਸੀਂ ਨਹੀਂ ਲੈ ਜਾ ਸਕਦੇ। 3 ਪਰਤ ਵਾਲਾ ਮੱਛੀ ਫੜਨ ਵਾਲਾ ਜਾਲ, ਕਿਤਾਬਾਂ ਅਤੇ ਇਤਿਹਾਸਕ ਚੀਜ਼ਾਂ ਦੇ ਵਿੱਚ ਵੀ ਕੁਝ ਚੀਜ਼ਾਂ ਸ਼ਾਮਲ ਹੈ, ਜਿਵੇਂ ਤੇਲ ਦੀਆਂ ਬਣੀਆਂ ਪੇਂਟਿੰਗਾਂ, ਕੁਝ ਫੋਟੋਆਂ ਅਤੇ ਕਿਤਾਬਾਂ, ਪੱਥਰ ਦੀਆਂ ਮੂਰਤੀਆਂ ਅਤੇ ਧਾਰਮਿਕ ਚੀਜ਼ਾਂ, ਇਹ ਵੀ ਤੁਸੀਂ ਨਹੀਂ ਲੈ ਕੇ ਜਾ ਸਕਦੇ। ਇਸ ਤੋਂ ਇਲਾਵਾ ਨਕਲੀ ਮੁਦਰਾ, ਘਰ ਦਾ ਬਣਿਆ ਹੋਇਆ ਭੋਜਨ, ਇਸ ਤੋਂ ਇਲਾਵਾ ਤੁਸੀਂ ਕੁਝ ਚੀਜ਼ਾਂ ਪਰਮਿਟ ਜਾਂ ਫੀਸ ਨਾਲ ਲਿਆਂਦੀਆਂ ਜਾ ਸਕਦੀਆਂ ਹਨ, ਐਸਾ ਕਿਹਾ ਜਾ ਰਿਹਾ ਹੈ। ਜੀ ਹਾਂ, ਜੇਕਰ ਤੁਹਾਡੇ ਕੋਲ ਪਰਮਿਟ ਹੈ ਜਾਂ ਤੁਸੀਂ ਕੋਈ ਖਾਸ ਫੀਸ ਅਦਾ ਕਰਨ ਲਈ ਤਿਆਰ ਹੋ ਤਾਂ ਤੁਸੀਂ ਕੁਝ ਖਾਸ ਚੀਜ਼ਾਂ ਲਿਆ ਸਕਦੇ ਹੋ, ਜਿਸ ਵਿੱਚ ਖਾਦ ਅਤੇ ਪੌਦੇ, ਮੈਡੀਕਲ ਉਪਕਰਨ ਅਤੇ ਕੁਝ ਦਵਾਈਆਂ, ਸੀਮਿਤ ਮਾਤਰਾ ਵਿੱਚ ਕਾਸਮੈਟਿਕਸ ਅਤੇ ਨਿੱਜੀ ਦੇਖਭਾਲ ਉਤਪਾਦ, ਵਾਇਰਲੈਸ ਸੰਚਾਰ ਉਪਕਰਨ, ਸ਼ਰਾਬ, ਸਿਗਰਟ ਅਤੇ ਇਲੈਕਟ੍ਰੋਨਿਕ ਹੁੱਕਾ। ਦੁਬਈ ਦੇ ਵਿੱਚ ਦਵਾਈਆਂ ਤੇ ਪਾਬੰਦੀ ਹੁਣ ਲੱਗ ਗਈ ਹੈ। ਦੁਬਈ ਦੀ ਯਾਤਰਾ ਦੌਰਾਨ ਕੁਝ ਦਵਾਈਆਂ ਆਪਣੇ ਨਾਲ ਲੈ ਕੇ ਜਾਣ ਦੀ ਸਖਤ ਮਨਾਹੀ ਕਰ ਦਿੱਤੀ ਗਈ ਹੈ। ਸੋ ਉਹਨਾਂ ਦਵਾਈਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਲੈ ਕੇ ਜਾਣ ਤੇ ਪਾਬੰਦੀ ਹੈ। ਸੋ ਦੁਬਈ ਜਾਣ ਤੋਂ ਪਹਿਲਾਂ ਆਪਣੇ ਹੈਂਡਬੈਗ ਅਤੇ ਚੈੱਕ ਇਨ ਬੈਗ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇਕਰ ਇਹਨਾਂ ਵਿੱਚੋਂ ਕੋਈ ਵੀ ਦਵਾਈ ਤੁਹਾਡੇ ਬੈਗ ਵਿੱਚ ਮਿਲਦੀ ਹੈ ਜਿਸ ਉੱਤੇ ਬੈਨ ਹੈ ਤਾਂ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਇਸ ਲਈ ਹਰ ਚੀਜ਼ ਨੂੰ ਹਲਕਾ ਪੈਕ ਕਰੋ, ਪਰ ਸਹੀ ਚੀਜ਼ਾਂ ਪੈਕ ਕਰੋ। ਸਰੀ ਪੁਲਿਸ ਨੇ ਕਿਹਾ ਕਿ 7 ਜੂਨ ਸ਼ਨੀਵਾਰ ਨੂੰ ਸਵੇਰੇ 2:30 ਵਜੇ ਦੇ ਕਰੀਬ 152A ਸਟਰੀਟ ਤੇ 400 ਬਲਾਕ ਵਿੱਚ ਕਈ ਦੁਕਾਨਾਂ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੂੰ ਇਸ ਘਟਨਾ ਬਾਰੇ 2 ਦਿਨ ਬਾਅਦ ਯਾਨੀ ਕਿ ਸੋਮਵਾਰ ਸਵੇਰੇ ਜਾਣਕਾਰੀ ਮਿਲਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹੁਣੇ ਸ਼ੁਰੂ ਹੋਈ ਹੈ, ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਗੋਲੀਬਾਰੀ ਦੇ ਵਿੱਚ ਰਿਫਲੈਕਸ਼ਨਸ ਬੈਂਕਟ ਹਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੇ ਮਾਲਕ ਸਤੀਸ਼ ਕੁਮਾਰ, ਜੋ ਕਿ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਵੀ ਹਨ, ਉਹਨਾਂ ਨੇ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਉਹਨਾਂ ਨੂੰ ਧਮਕੀ ਭਰਿਆ ਫੋਨ ਕਾਲ ਆਇਆ ਸੀ। ਕਾਲ ਕਰਨ ਵਾਲੇ ਨੇ $20 ਲੱਖ ਯਾਨੀ ਕਿ ਲਗਭਗ 16 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ। ਸਤੀਸ਼ ਕੁਮਾਰ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਗੋਲੀਬਾਰੀ ਤੋਂ ਬਾਅਦ ਹਾਲੀ ਦੇ ਸ਼ੀਸ਼ੇ ਵਿੱਚ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਇੱਕ ਹੋਰ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੈਨੋਰਮਾ ਬ੍ਰਿਜ ਵਿੱਚ ਇੱਕੋ ਘਰ ਤੇ 14 ਮਈ ਨੂੰ ਅਤੇ ਫਿਰ 26 ਮਈ ਨੂੰ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲੇ ਵੀ ਅਪਰਾਧੀਆਂ ਦੁਆਰਾ ਫਿਰੌਤੀ ਦੀ ਮੰਗ ਕਰਦੇ ਹੋਏ ਕੀਤੇ ਗਏ ਸਨ। ਪਹਿਲੀ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਘਰ ਦੇ ਬਾਹਰ ਨਿਗਰਾਨੀ ਕੈਮਰਿਆਂ ਵਾਲਾ ਇੱਕ ਟਾਵਰ ਲਗਾਇਆ, ਪਰ ਇਸ ਦੇ ਬਾਵਜੂਦ ਹਮਲਾ ਦੂਜੀ ਵਾਰ ਵੀ ਹੋਇਆ। ਦੋਵੇਂ ਵਾਰ ਗੋਲੀਬਾਰੀ ਸਵੇਰੇ 3 ਵਜੇ ਦੇ ਕਰੀਬ ਹੋਈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸਰੀ ਪੁਲਿਸ ਅਜਿਹੀਆਂ ਘਟਨਾਵਾਂ ਬਾਰੇ ਸਮੇਂ ਸਿਰ ਜਾਣਕਾਰੀ ਨਹੀਂ ਦੇ ਰਹੀ ਹੈ ਅਤੇ ਅਕਸਰ ਮਾਮਲਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਤੇ 2 ਭਾਰਤੀ ਮਹਿਲਾਵਾਂ ਨੂੰ ਕਥਿਤ ਤੌਰ ਤੇ ਵੱਖ-ਵੱਖ ਦੁਕਾਨਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਹਿਰਾਸਤ 'ਚ ਲਿਆ ਗਿਆ। ਮਹਿਲਾਵਾਂ ਨੇ 2 ਜੂਨ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਦੋਵਾਂ ਮਹਿਲਾਵਾਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਹਿਰਾਸਤ 'ਚ ਲਿਆ ਗਿਆ।
ਟਰਮੀਨਲ 3 ਦੇ ਖੇਤਰ 'ਚ ਸ਼ੱਕੀ ਚੋਰੀ ਦੇ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੀਸੀਟੀਵੀ ਫੁਟੇਜ ਰਾਹੀਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ 1 ਘੰਟੇ ਦੇ ਅੰਦਰ ਦੋਵਾਂ ਮਹਿਲਾਵਾਂ ਦੀ ਪਛਾਣ ਕੀਤੀ ਤੇ ਉਹਨਾਂ ਨੂੰ ਲੱਭ ਲਿਆ। ਉਹਨਾਂ ਦੇ ਕੋਲੋਂ ਚੋਰੀ ਕੀਤਾ ਗਿਆ ਪਰਸ, ਬੈਕਪੈਕ ਤੇ ਪਰਫਿਊਮ ਦੀ ਬੋਤਲ ਬਰਾਮਦ ਕੀਤੀ ਗਈ। ਤਿੰਨੇ ਵਸਤਾਂ ਦੀ ਕੁੱਲ ਕੀਮਤ 635 ਸਿੰਗਾਪੁਰ ਡਾਲਰ ਯਾਨੀ ਕਿ 42,288 ਰੁਪਏ ਸੀ। ਮਹਿਲਾਵਾਂ ਤੇ 10 ਜੂਨ ਨੂੰ ਅਦਾਲਤ 'ਚ ਦੋਸ਼ ਲਗਾਏ ਜਾਣ ਦੀ ਸੰਭਾਵਨਾ ਹੈ। ਉਹ ਜੇ ਦੋਸ਼ੀ ਪਾਈਆਂ ਗਈਆਂ ਤਾਂ ਉਹਨਾਂ ਨੂੰ 7 ਸਾਲ ਦੀ ਜੇਲ੍ਹ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਮਸ਼ਹੂਰ ਅਮਰੀਕੀ ਸ਼ਹਿਰ ਲਾਸ ਐਂਜਲਸ ਦੀ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਅਮਰੀਕੀ ਲੋਕ ਸੜਕਾਂ ਤੇ ਹਨ ਅਤੇ ਟਰੰਪ ਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਲਾਸ ਐਂਜਲਸ ਵਿਰੋਧ ਨਾਲ ਸੰਬੰਧਿਤ ਇੱਕ ਵਾਇਰਲ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਹੈ। ਵਾਇਰਲ ਵੀਡੀਓ ਵਿੱਚ ਅਮਰੀਕੀ ਪੁਲਿਸ ਇੱਕ ਆਸਟ੍ਰੇਲੀਅਨ ਪੱਤਰਕਾਰ ਨੂੰ ਗੋਲੀ ਮਾਰਦੇ ਹੋਏ ਕੈਮਰੇ ਵਿੱਚ ਕੈਦ ਹੋ ਗਈ ਹੈ। ਲਾਸ ਐਂਜਲਸ ਵਿਰੋਧ ਪ੍ਰਦਰਸ਼ਨ ਦੌਰਾਨ ਲੋਕਤੰਤਰ ਦੇ ਖੁੱਲ੍ਹੇਆਮ ਖੋਰਾ ਲਗਾਉਣ ਨਾਲ ਸੰਬੰਧਿਤ ਇਹ ਮਾਮਲਾ ਹੁਣ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਗਿਆ ਹੈ। ਡੋਨਾਲਡ ਟਰੰਪ ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਹੀ ਟਰੰਪ ਜੋ ਦੁਨੀਆ ਨੂੰ ਸਲਾਹ ਦਿੰਦਾ ਹੈ, ਅੱਜ ਉਸ ਦੇ ਰਾਜ ਦੌਰਾਨ ਪੱਤਰਕਾਰਾਂ ਨੂੰ ਖੁੱਲ੍ਹੇਆਮ ਗੋਲੀ ਮਾਰੀ ਜਾ ਰਹੀ ਹੈ। ਇਸ ਪੂਰੀ ਘਟਨਾ ਨੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਦਿੱਤਾ ਹੈ। ਆਸਟ੍ਰੇਲੀਆਈ ਪੱਤਰਕਾਰ ਲੋਰੇਨ ਟੋਮਾਸੀ ਨੇ ਜੋ ਪੂਰੀ ਘਟਨਾ ਨੂੰ ਯੋਜਨਾਬੱਧ ਢੰਗ ਨਾਲ ਕਵਰ ਕਰ ਰਹੀ ਸੀ, ਅਮਰੀਕੀ ਪੁਲਿਸ ਦੇ ਨਿਸ਼ਾਨੇ ਤੇ ਆ ਗਏ। ਅਮਰੀਕੀ ਪੁਲਿਸ ਨੇ ਲਾਸ ਐਂਜਲਸ ਵਿਰੋਧ ਪ੍ਰਦਰਸ਼ਨ ਦੌਰਾਨ 9 ਨਿਊਜ਼ ਨਾਲ ਜੁੜੇ ਆਸਟ੍ਰੇਲੀਆਈ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ। ਵਾਇਰਲ ਵੀਡੀਓ ਵਿੱਚ ਅਮਰੀਕੀ ਪੁਲਿਸ ਨੂੰ ਇੱਕ ਮਹਿਲਾ ਪੱਤਰਕਾਰ ਨੂੰ ਲੱਤ ਵਿੱਚ ਗੋਲੀ ਮਾਰਦੇ ਦੇਖਿਆ ਜਾ ਸਕਦਾ ਹੈ। ਲਾਸ ਐਂਜਲਸ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਵਾਲੀ ਮਹਿਲਾ ਪੱਤਰਕਾਰ ਕੁਝ ਸਮਝ ਪਾਉਂਦੀ ਕਿ ਉਸ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਪੱਤਰਕਾਰ ਲੋਰੇਨ ਟੋਮਾਸੀ ਲੱਤ ਵਿੱਚ ਗੋਲੀ ਲੱਗਣ ਕਾਰਨ ਮੁੱਦੇ ਮੂੰਹ ਡਿੱਗ ਪਈ ਅਤੇ ਕਵਰੇਜ ਬੰਦ ਹੋ ਗਈ। ਇਹ 30 ਸਕਿੰਟ ਦਾ ਵੀਡੀਓ ਟਰੰਪ ਸ਼ਾਸਨ ਦੇ ਕਾਰਜਕਾਲ ਤੇ ਇੱਕ ਦਾਗ ਵਾਂਗ ਹੈ। ਦੱਖਣੀ ਜਾਪਾਨ ਵਿੱਚ ਓਕੀਨਾਵਾ ਟਾਪੂ ਤੇ ਅਮਰੀਕੀ ਫੌਜੀ ਬੇਸ ਉੱਤੇ ਹੋਏ ਧਮਾਕੇ ਵਿੱਚ 4 ਜਾਪਾਨੀ ਫੌਜੀ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਹਨ। ਸੈਲਫ ਡਿਫੈਂਸ ਫੋਰਸ ਜੁਆਇੰਟ ਸਟਾਫ ਨੇ ਕਿਹਾ ਕਿ ਕਾਰਡੇਨਾ 에ਅਰ ਬੇਸ ਤੇ ਧਮਾਕੇ ਦੀ ਰਿਪੋਰਟ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਹਥਿਆਰ ਪ੍ਰਬੰਧਨ ਵਿੱਚ ਮਾਹਰ ਜਾਪਾਨੀ ਫੌਜ ਦੇ ਕਰਮਚਾਰੀਆਂ ਦੀ ਇੱਕ ਟੀਮ 에ਅਰ ਬੇਸ ਨੇੜੇ ਜਾਇਜ਼ ਦੇ ਕੰਮ ਕਰ ਰਹੀ ਸੀ। SDF ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ 4 ਸੈਨਿਕਾਂ ਦੀਆਂ ਉਂਗਲਾਂ ਤੇ ਸੱਟਾਂ ਲੱਗੀਆਂ ਹਨ ਜਦ ਉਹ ਓਕੀਨਾਵਾ ਪ੍ਰੀਫੈਕਚਰਸ ਨਾਲ ਸੰਬੰਧਿਤ ਇੱਕ ਸਹੂਲਤ ਤੇ ਕੰਮ ਕਰ ਰਹੇ ਸਨ। ਇਸੇ ਟਾਪੂ ਤੇ ਮਿਲੇ ਅਣਚੱਲੇ ਹਥਿਆਰਾਂ ਨੂੰ ਸਟੋਰ ਕੀਤਾ ਜਾਂਦਾ ਹੈ। ਦੂਜੀ ਆਲਮੀ ਜੰਗ ਦੀਆਂ ਸਭ ਤੋਂ ਭਿਆਨਕ ਲੜਾਈਆਂ ਵਿੱਚੋਂ ਇੱਕ ਇੱਥੇ ਲੜੀ ਗਈ ਸੀ। ਪ੍ਰੀਫੈਕਚਰਲ ਅਧਿਕਾਰੀਆਂ ਨੇ ਕਿਹਾ ਕਿ ਸੱਟਾਂ ਜਾਨਲੇਵਾ ਨਹੀਂ ਸਨ, ਪਰ ਹੋਰ ਤਫਸੀਲ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। ਈਰਾਨੀ ਅਧਿਕਾਰੀਆਂ ਵੱਲੋਂ ਦੇਸ਼ ਭਰ ਦੇ ਕਈ ਮਹੱਤਵਪੂਰਨ ਸ਼ਹਿਰਾਂ 'ਚ ਜਨਤਕ ਥਾਵਾਂ ਤੇ ਕੁੱਤਿਆਂ ਨੂੰ ਲਿਜਾਣ ਜਾਂ ਘੁਮਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਨੇ ਇਸ ਪਾਬੰਦੀ ਲਈ ਜਨਤਕ ਸਿਹਤ, ਸਮਾਜਿਕ ਵਿਵਸਥਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਕਾਰਨ ਦੱਸਿਆ। ਜਿਨ੍ਹਾਂ ਸ਼ਹਿਰਾਂ ਵਿੱਚ ਇਹ ਨਵੀਂ ਪਾਬੰਦੀ ਲਾਗੂ ਕੀਤੀ ਗਈ ਹੈ, ਉਹਨਾਂ ਵਿੱਚ ਕਰਮਨਸ਼ਾਹ, ਇਲਾਮ, ਹਮਦਾਨ, ਕਰਮਨ, ਇਸ ਤੋਂ ਇਲਾਵਾ ਰੋਬਾਤ, ਕਰੀਮ, ਲਵਾਸਨਤ ਅਤੇ ਗੋਲਿਸਤਾਨ ਸ਼ਾਮਲ ਹਨ। ਇੰਜ ਦੀ ਪਾਬੰਦੀ ਪਹਿਲੀ ਵਾਰ 2019 ਚ ਰਾਜਧਾਨੀ ਤਹਿਰਾਨ ਵਿੱਚ ਲਾਈ ਗਈ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁੱਤਿਆਂ ਦੀ ਮੌਜੂਦਗੀ ਕਾਰਨ ਨਾ ਸਿਰਫ ਲੋਕਾਂ ਦੀ ਸਿਹਤ ਤੇ ਨੁਕਸਾਨਦਾਇਕ ਅਸਰ ਪੈਂਦਾ ਹੈ, ਸਗੋਂ ਇਹ ਜਨਤਕ ਸੁਰੱਖਿਆ ਲਈ ਵੀ ਚੁਣੌਤੀ ਬਣ ਸਕਦੀ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਇਨ੍ਹਾਂ ਖਤਰਿਆਂ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ। ਸਰਕਾਰੀ ਅਖਬਾਰਾਂ ਅਨੁਸਾਰ ਜੋ ਕੋਈ ਵੀ ਵਿਅਕਤੀ ਪਾਬੰਦੀ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਮ ਸ਼ਹਿਰ ਅਤੇ ਉੱਤਰ ਪੱਛਮੀ ਅਰਦਾਬਿਲ ਸੂਬੇ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਪਾਰਕਾਂ ਜਾਂ ਹੋਰ ਜਨਤਕ ਥਾਵਾਂ ਤੇ ਕੁੱਤਿਆਂ ਸਮੇਤ ਦੇਖਿਆ ਗਿਆ ਜਾਂ ਉਹਨਾਂ ਨੂੰ ਵਾਹਨਾਂ ਵਿੱਚ ਲਿਜਾਇਆ ਗਿਆ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਹਾਲਾਂਕਿ ਇਹਨਾਂ ਬਾਰੇ ਕੋਈ ਸਖਤ ਕਾਨੂੰਨ ਨਹੀਂ ਹੈ ਜੋ ਕੁੱਤਿਆਂ ਨੂੰ ਰੱਖਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਂਦਾ ਹੈ, ਪਰ ਕਈ ਵਾਰ ਸਥਾਨਕ ਅਧਿਕਾਰੀਆਂ ਨੇ ਕੁੱਤਿਆਂ ਨੂੰ ਪਾਰਕਾਂ ਵਿੱਚ ਲਿਜਾਣ ਜਾਂ ਵਾਹਨਾਂ ਵਿੱਚ ਸਵਾਰੀ ਲਈ ਲਿਜਾਣ ਤੇ ਪਾਬੰਦੀ ਲਗਾਈ ਹੈ। ਹਾਲਾਂਕਿ ਇਹਨਾਂ ਨਿਯਮਾਂ ਬਾਰੇ ਸਖਤੀ ਹਰ ਜਗ੍ਹਾ ਇੱਕੋ ਜਿਹੀ ਨਹੀਂ ਹੈ। ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰ ਰਿਹਾ ਹੈ। ਦੁਨੀਆ ਭਰ ਵਿੱਚ ਕੋਰੋਨਾ ਸੰਬੰਧੀ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਹ ਵਾਧਾ ਮੁੱਖ ਤੌਰ ਤੇ ਪੂਰਬੀ ਮੈਡੀਟੇਰੀਅਨ, ਦੱਖਣ ਪੂਰਬੀ ਏਸ਼ੀਆ ਅਤੇ ਪੱਛਮੀ ਪ੍ਰਸ਼ਾਂਤ ਖੇਤਰਾਂ ਵਿੱਚ ਦੇਖਿਆ ਗਿਆ ਹੈ। ਹੁਣ ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ COVID-19 ਦੇ ਸੰਕਰਮਣ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ, ਜੋ ਕਿ ਇੱਕ ਨਵੇਂ ਰੂਪ NB.1.8.1 ਦੇ ਉਭਰਨ ਨਾਲ ਜੁੜਿਆ ਹੈ। ਫਿਲਹਾਲ ਇਸ ਵੇਰੀਐਂਟ ਦੀ ਜਾਂਚ ਚੱਲ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਪੁਸ਼ਟੀ ਕੀਤੀ ਹੈ ਕਿ ਨਵਾਂ ਵੇਰੀਐਂਟ ਪਿਛਲੀਆਂ ਕਿਸਮਾਂ ਨਾਲੋਂ ਵੱਡਾ ਸਿਹਤ ਜੋਖਮ ਪੈਦਾ ਨਹੀਂ ਕਰਦਾ, ਪਰ ਵਾਇਰਸ ਦੇ ਨਿਰੰਤਰ ਵਿਕਾਸ ਨਾਲ ਲਾਗ ਦੀਆਂ ਨਵੀਆਂ ਲਹਿਰਾਂ ਆ ਸਕਦੀਆਂ ਹਨ। ਨਵੇਂ ਵੇਰੀਐਂਟ ਦੇ ਫੈਲਣ ਨਾਲ ਲਾਗਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਸਕਦੀਆਂ ਹਨ। WHO ਨੇ ਕਿਹਾ ਕਿ ਮੌਜੂਦਾ ਵਾਧਾ ਵਾਇਰਸ ਦੇ ਮੌਸਮੀ ਪੈਟਰਨ ਨਾਲ ਮੇਲ ਖਾਂਦਾ ਹੈ ਅਤੇ ਜ਼ੋਰ ਦਿੱਤਾ ਕਿ ਵਿਆਪਕ ਪ੍ਰਤੀਰੋਧਕ ਸ਼ਕਤੀ ਪ੍ਰਤੀ ਟੀਕਾਕਰਨ ਕਵਰੇਜ ਕਾਰਨ ਹਸਪਤਾਲ ਵਿੱਚ ਭਰਤੀ ਜਾਂ ਗੰਭੀਰ ਦੇਖਭਾਲ ਦੀ ਜ਼ਰੂਰਤ ਨਹੀਂ ਹੋਵੇਗੀ। WHO ਨੇ ਸਾਰੇ ਦੇਸ਼ਾਂ ਨੂੰ ਲਾਗ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ, ਜਿਸ ਵਿੱਚ ਟੀਕਾਕਰਨ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸ਼ਾਮਲ ਹੈ। WHO ਨੇ ਲਾਗ ਦੇ ਫੈਲਣ ਨੂੰ ਰੋਕਣ ਦੇ ਉਹਨਾਂ ਦੇ ਯਤਨਾਂ ਵਿੱਚ ਸਾਰੇ ਦੇਸ਼ਾਂ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਵਿਸ਼ਵ ਸਿਹਤ ਸੰਸਥਾ ਨੇ ਸਮੁੱਚੇ ਵਿਸ਼ਵ ਵਿਆਪੀ ਜੋਖਮ ਪੱਧਰ ਨੂੰ ਉੱਚ ਵਜੋਂ ਸ਼੍ਰੇਣੀਬੱਧ ਕੀਤਾ। ਨਾਲ ਹੀ ਦੇਸ਼ਾਂ ਨੂੰ ਸਿਹਤ ਨਿਗਰਾਨੀ ਨੂੰ ਮਜ਼ਬੂਤ ਕਰਨ, ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਅਤੇ ਵਿਅਕਤੀਆਂ ਨੂੰ ਰੋਕਥਾਮ ਉਪਾਵਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹਿਵੂਰ ਹੁਸੈਨ ਰਾਣਾ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਕਾਲ ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਨੇ ਰਾਣਾ ਨੂੰ ਸਿਰਫ ਇੱਕ ਵਾਰ ਹੀ ਰਾਹਤ ਦੇਣ ਦੀ ਇਜਾਜ਼ਤ ਦਿੱਤੀ। ਜੱਜ ਨੇ ਕਿਹਾ ਕਿ ਇਹ ਕਾਲ ਜੇਲ੍ਹ ਮੈਨੂਅਲ ਦੇ ਅਨੁਸਾਰ ਅਤੇ ਤਿਹਾੜ ਜੇਲ੍ਹ ਅਥਾਰਟੀ ਦੀ ਨਿਗਰਾਨੀ ਹੇਠ ਹੋਵੇਗੀ। ਅਦਾਲਤ ਨੇ ਸੋਮਵਾਰ ਤੋਂ 10 ਦਿਨਾਂ ਦੇ ਅੰਦਰ ਰਾਣਾ ਦੀ ਸਿਹਤ ਬਾਰੇ ਇੱਕ ਨਵੀਂ ਰਿਪੋਰਟ ਵੀ ਮੰਗੀ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਰਾਣਾ ਨੂੰ ਨਿਯਮਿਤ ਫੋਨ ਕਾਲਾਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਇਸ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਵਾਲੀ ਇੱਕ ਰਿਪੋਰਟ ਵੀ ਜੱਜ ਵੱਲੋਂ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦੇ ਨਜ਼ਦੀਕੀ ਸਾਥੀ ਰਾਣਾ ਇਸ ਸਮੇਂ ਨਿਆਇਕ ਹਿਰਾਸਤ ਦੇ ਵਿੱਚ ਹੈ। ਭਾਰਤ 41 ਸਾਲ ਬਾਅਦ ਮੁੜ ਮਨੁੱਖੀ ਪੁਲਾੜ ਉਡਾਨ ਮਿਸ਼ਨ 'ਚ ਆਪਣਾ ਨਾਂ ਦਰਜ ਕਰਵਾਏਗਾ, ਜਦੋਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ 11 ਜੂਨ ਨੂੰ ਪੁਲਾੜ ਲਈ ਉਡਾਨ ਭਰੇਗਾ। XOM ਮਿਸ਼ਨ ਤਹਿਤ ਸਪੇਸਕ੍ਰਾਫਟ ਨੇ ਪਹਿਲਾਂ ਭਲਕੇ 10 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਨ ਭਰਨੀ ਸੀ, ਪਰ ਹੁਣ ਖਰਾਬ ਮੌਸਮ ਕਰਕੇ ਮਿਸ਼ਨ ਨੂੰ ਇੱਕ ਦਿਨ ਲਈ ਅੱਗੇ ਪਾ ਦਿੱਤਾ ਗਿਆ। ਸਪੇਸਕ੍ਰਾਫਟ ਹੁਣ 11 ਜੂਨ ਨੂੰ ਉਡਾਨ ਭਰੇਗਾ। ਇਸਰੋ ਦੇ ਚੇਅਰਮੈਨ ਡਾਕਟਰ ਵੀ ਨਾਰਾਇਣ ਨੇ ਕਿਹਾ, ਖਰਾਬ ਮੌਸਮ ਕਰਕੇ ਭਾਰਤੀ ਗਗਨ ਯਾਤਰੀ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਣ ਲਈ XOM-4 ਮਿਸ਼ਨ ਦੀ ਲਾਂਚਿੰਗ 10 ਜੂਨ 2025 ਤੋਂ 11 ਜੂਨ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਪੇਸਕ੍ਰਾਫਟ ਹੁਣ 11 ਜੂਨ 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਲਾਂਚ ਕੀਤੇ ਜਾਣ ਦਾ ਟੀਚਾ ਹੈ। ਸ਼ੁਕਲਾ, ਜਿਸ ਦਾ ਕੋਲ ਸਾਈਨ ਸੁਖਸ ਹੈ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਦੀ ਯਾਤਰਾ ਕਰਨ ਵਾਲਾ ਦੂਜਾ ਭਾਰਤੀ ਪੁਲਾੜ ਯਾਤਰੀ ਬਣੇਗਾ। ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ਯਾਨੀ ISS ਤੇ ਖੋਜ ਕਰਨ ਵਾਲਾ ਪਹਿਲਾ ਭਾਰਤੀ ਹੋਵੇਗਾ। ਰਾਕੇਸ਼ ਸ਼ਰਮਾ ਨੇ 1984 ਦੇ ਵਿੱਚ ਸੋਵੀਅਤ ਰੂਸ ਦੇ ਸੋਯੂਜ਼ ਸਪੇਸਕ੍ਰਾਫਟ ਵਿੱਚ ਸਵਾਰ ਹੋ ਕੇ ਪੁਲਾੜ ਦੀ ਯਾਤਰਾ ਕੀਤੀ ਸੀ। ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ 2 ਹਫ਼ਤਿਆਂ ਦੀ ਆਪਣੀ ਠਹਿਰ ਦੌਰਾਨ XOM-4 ਚਾਲਕ ਦਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਕੂਲੀ ਵਿਦਿਆਰਥੀਆਂ ਅਤੇ ਪੁਲਾੜ ਉਦਯੋਗ ਦੇ ਨੇਤਾਵਾਂ ਸਮੇਤ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਸ਼ੁਕਲਾ ਨੇ ਕਿਹਾ ਕਿ ਉਹ 1.4 ਅਰਬ ਭਾਰਤੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੁਲਾੜ ਵਿੱਚ ਲੈ ਕੇ ਜਾਵੇਗਾ। ਉਹਨਾਂ ਨੇ ਭਾਰਤ ਨੂੰ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਇਹ ਮਿਸ਼ਨ ਕਰੂ SpaceX ਦੇ ਡਰੈਗਨ ਸਪੇਸਕ੍ਰਾਫਟ ਰਾਹੀਂ ਉਡਾਨ ਭਰੇਗਾ। ਸ਼ੁਕਲਾ ਅਮਰੀਕਾ ਤੋਂ ਕਮਾਂਡਰ ਪੈਗੀ ਵਿਟਸਨ ਯਾਨੀ ਕਿ ਸਾਬਕਾ ਨਾਸਾ ਪੁਲਾੜ ਯਾਤਰੀ, ਮਿਸ਼ਨ ਮਾਹਰ ਸਲਾਵੋਜ਼ ਉਜ਼ਾਨਸਕੀ, ਇਸ ਤੋਂ ਇਲਾਵਾ ਅਤੇ ਮਿਸ਼ਨ ਮਾਹਰ ਟਿਬੂਰ ਕਾਪੂ ਨਾਲ XOM-4 ਮਿਸ਼ਨ ਤੇ ਮਿਸ਼ਨ ਪਾਇਲਟ ਵਜੋਂ ਕੰਮ ਕਰਨਗੇ। ਮਿਸ਼ਨ ਦੇ ਕਰੂ ਨੇ ਲਾਂਚ ਤੋਂ ਪਹਿਲਾਂ ਸਾਰੀਆਂ ਸਰਗਰਮੀਆਂ ਦਾ ਅਭਿਆਸ ਪੂਰਾ ਕਰ ਲਿਆ। XOM-4 ਕਰੂ ਫਲੋਰੀਡਾ 'ਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੰਪਲੈਕਸ 39A ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਵੇਗਾ। ਕਰੂ 11 ਜੂਨ ਨੂੰ ਪੁਲਾੜ ਸਟੇਸ਼ਨ ਤੋਂ ਉਤਰੇਗਾ। ਇਸ ਮਗਰੋਂ XOM-4 ਪੁਲਾੜ ਯਾਤਰੀ ਮਾਈਕਰੋਗ੍ਰੈਵਿਟੀ ਖੋਜ ਤੇ ਹੋਰ ਖੋਜਾਂ ਲਈ ਤਕਰੀਬਨ 14 ਦਿਨ ਪੁਲਾੜ ਸਟੇਸ਼ਨ ਤੇ ਬਿਤਾਉਣਗੇ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।